सिद्ध लोगों ने गुरु नानक पातशाह ਨੂੰ ਬੇਨਤੀ ਕੀਤੀ, ਮਾਲਕ ਜੀ ਤੁਸੀਂ ਸਾਡੇ ਮੱਤ ਵਿੱਚ ਆ ਜਾਓ, ਤੁਸੀਂ ਜਿਹੜਾ ਜੋਗ ਮਤ ਨੂੰ ਗ੍ਰਹਿਣ ਕਰ। ਇਸ ਕਰਕੇ ਉਹਨਾਂ ਨੇ ਬੇਨਤੀ ਕੀਤੀ ਵੀ ਜੇ ਗੁਰੂ ਨਾਨਕ ਜੀ ਸਾਡੇ ਮਤ ਨੂੰ ਗ੍ਰਹਿਣ ਕਰ ਲੈਣਗੇ ਤੇ ਸਾਡੇ ਮਤ ਨੂੰ ਚਾਰ ਚੰਨ ਹੋਰ ਲੱਗ ਜਾਣਗੇ, ਸਾਡੇ ਮਤ ਦਾ ਪ੍ਰਚਾਰ ਬੜਾ ਹੋਵੇਗਾ, ਸਾਡੇ ਮਤ ਦਾ ਵਾਧਾ ਹੋਵੇਗਾ, ਜੋਗ ਮਤ ਦਾ ਵਾਧਾ ਹੋਵੇਗਾ। ਕਿਉਂਕਿ ਜਦੋਂ ਜੋਗੀਆਂ ਦਾ ਆਗੂ ਹੀ ਮਹਾਨ ਹੋਵੇ, ਕਿਸੇ ਪੰਥ ਦਾ ਆਗੂ ਮਹਾਨ ਹੋਵੇ ਤੇ ਆਪਣੇ ਆਪ ਹੀ ਮਤ ਵੱਧ ਜਾਂਦਾ, ਉਹ ਪ੍ਰਚਾਰ ਕਰਨ ਲੱਗ ਜਾਂਦਾ ਹੈ। ਜਿਹੜੀ ਮਤ ਦਾ ਆਗੂ ਕਮਜ਼ੋਰ ਹੋਵੇ ਉਹ ਮਤ ਅੱਗੇ ਨਹੀਂ ਵੱਧਦੀ, ਉਹ ਪੰਥ ਅੱਗੇ ਨਹੀਂ ਚੱਲਦਾ। ਹੁਣ ਇਹਨਾਂ ਨੇ ਵੇਖਿਆ ਵੀ ਗੁਰੂ ਨਾਨਕ ਸਾਹਿਬ ਬੜੇ ਸ਼ਕਤੀਵਾਨ ਨੇ, ਬੜੇ ਮਹਾਨ ਨੇ, ਬੜੇ ਕਰਾਮਾਤੀ ਨੇ, ਰੱਬ ਦੇ ਪਿਆਰੇ ਨੇ, ਇਹ ਹਰ ਗੱਲ ਦਾ ਜਵਾਬ ਦੇ ਦਿੰਦੇ ਨੇ। ਜੇ ਕਿਤੇ ਸਾਡੇ ਮਤ ਵਿੱਚ ਆ ਜਾਣ ਨਾ ਤੇ ਸਾਡਾ ਮਤ ਜਿਹੜਾ ਹੈ ਸਾਰੀ ਦੁਨੀਆ ਦੇ ਵਿੱਚ ਫੈਲ ਜਾਏ। ਜੋਗੀ ਚਾਹੁੰਦੇ ਨੇ ਸਾਡਾ ਮਤ ਹਰ ਥਾਂ ਤੇ ਹੋਵੇ, ਮੁਸਲਮਾਨ ਚਾਹੁੰਦੇ ਨੇ ਸਾਡਾ ਮਤ ਹੋਵੇ, ਤੇ ਜੋਗੀ ਤਾਂ ਇਹ ਵੀ ਕਹਿੰਦੇ ਨੇ ਜਿੰਨਾ ਮਿੱਠਾ ਸਾਡਾ ਮਤ ਹੈ ਉਹਨਾਂ ਹੋਰ ਕੋਈ ਨਹੀਂ। ਉਹ ਕਹਿੰਦਾ ਹੋਰ ਦੂਜਾ ਹੈ ਹੀ ਨਹੀਂ। ਇਸ ਵਾਸਤੇ ਜੋਗੀ ਨੂੰ ਜੋਗਪੁਣਾ ਹੀ ਚੰਗਾ ਲੱਗਦਾ ਹੈ। ਤੇ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਬਾਹਰ ਦਾ ਜੋਗੀ ਬਣ ਕੇ ਖੁਸ਼ ਨਹੀਂ। ਮੈਂ ਨਹੀਂ ਚਾਹੁੰਦਾ ਵੀ ਕੰਨ ਪਾੜ ਕੇ ਮੁੰਦਰਾਂ ਪਾ ਲਵਾਂ, ਮੈਂ ਨਹੀਂ ਚਾਹੁੰਦਾ ਕਿ ਆਪਣੇ ਵਾਲਾਂ ਦੀਆਂ ਜਟਾਂ ਬਣਾ ਲਵਾਂ, ਕੱਪੜੇ ਉਤਾਰ ਕੇ ਤਨ ਤੇ ਵਿਭੂਤੀ ਲਾ ਲਵਾਂ। ਕਹਿੰਦੇ ਇਹੋ ਜਿਹਾ ਜੋਗੀ ਉਸ ਅਕਾਲ ਪੁਰਖ ਨੂੰ ਪ੍ਰਵਾਨ ਨਹੀਂ ਆ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਅਸਲ ਜੋਗੀ ਬਣਨ ਦਾ ਉਪਦੇਸ਼ ਦਿੰਦੇ ਨੇ। ਅਸਲ ਜੋਗੀ ਹੈ ਕਿਹੜਾ? ਗੁਰੂ ਨਾਨਕ ਸਾਹਿਬ ਕਿਰਪਾ ਕਰਦੇ ਨੇ, ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰਹਿ ਬੈਭੂਤ। ਗੁਰੂ ਨਾਨਕ ਸਾਹਿਬ ਕਹਿੰਦੇ ਤੁਸੀਂ ਕਹਿੰਦੇ ਹੋ ਵੀ ਮੁੰਦਾ ਸੰਤੋਖ, ਕਹਿੰਦੇ ਕੰਨਾਂ ਦੇ ਵਿੱਚ ਮੁੰਦਾ ਪਾ ਲੈ, ਮੁੰਦਰਾਂ ਨੂੰ ਧਾਰਨ ਕਰ ਲੈ, ਪਰ ਸਤਿਗੁਰੂ ਕਹਿੰਦੇ ਕੰਨ ਪਾੜਨ ਦੀ ਲੋੜ ਹੀ ਨਹੀਂ, ਕੰਨ ਪਾੜਨ ਦੀ ਲੋੜ ਹੀ ਨਹੀਂ। ਇਹ ਨਹੀਂ ਵੀ ਪਰਮੇਸ਼ਰ ਖੁਸ਼ ਹੋਊਗਾ ਵੀ ਤੂੰ ਕੰਨ ਪਾੜ ਲੈ, ਕੰਨਾਂ ਵਿੱਚ ਕੱਚ ਦੀਆਂ ਮੁੰਦਰਾਂ ਪਾ ਲੈ, ਤੈਨੂੰ ਪਰਮੇਸ਼ਰ ਮਿਲ ਜੂਗਾ। ਸਤਿਗੁਰੂ ਕਹਿੰਦੇ ਭਾਵੇਂ ਕੱਚ ਦੀਆਂ ਪਾ ਲੈ, ਭਾਵੇਂ ਸੋਨੇ ਦੀਆਂ ਪਾ ਲੈ, ਰੱਬ ਨੇ ਇਦਾਂ ਨਹੀਂ ਖੁਸ਼ ਹੋਣਾ, ਰੱਬ ਨੇ ਨਹੀਂ ਇਦਾਂ ਖੁਸ਼ ਹੋਣਾ। ਦਸਮ ਪਾਤਸ਼ਾਹ ਜੀ ਨੇ ਵੀ ਦਸਮ ਗ੍ਰੰਥ ਦੇ ਵਿੱਚ ਜਿਹੜੇ ਬਚਨ ਕਹੇ ਨੇ ਉਹਦੇ ਵਿੱਚ ਦਾਤੇ ਨੇ ਇਹ ਇਸ ਗੱਲ ਦਾ ਨਿਰਣਾ ਕੀਤਾ ਹੈ। ਦਾਤਾ ਜੀ ਕਹਿੰਦੇ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਨਾ ਤਾਂ ਅੱਖਾਂ ਮੀਚ ਕੇ ਲੋਕਾਂ ਨੂੰ ਪਖੰਡ ਕਰਕੇ ਵਿਖਾਵਾਂਗਾ, ਤੇ ਨਾ ਹੀ ਕਹਿੰਦੇ ਮੈਂ ਜਟਾਂ ਵਧਾਵਾਂਗਾ, ਤੇ ਨਾ ਹੀ ਕਹਿੰਦੇ ਮੈਂ ਕੰਨਾਂ ਦੇ ਵਿੱਚ ਮੁੰਦਰਾਂ ਪਾਵਾਂਗਾ। ਕਹਿੰਦੇ ਤੇਰਾ ਨਾਮ ਜਪੂੰ, ਹੇ ਵਾਹਿਗੁਰੂ, ਵਾਹਿਗੁਰੂ ਨੂੰ ਸੰਬੋਧਨ ਕਰਦੇ ਨੇ ਦਸਮ ਪਾਤਸ਼ਾਹ। ਕਹਿੰਦੇ ਹੇ ਪ੍ਰਮਾਤਮਾ, ਨਾ ਮੈਂ ਜਟਾਂ ਰੱਖਾਂਗਾ, ਨਾ ਮੈਂ ਮੁੰਦਰਾਂ ਪਾਵਾਂਗਾ, ਨਾ ਮੈਂ ਪਖੰਡ ਕਰਕੇ ਅੱਖਾਂ ਮੀਚਾਂਗਾ। ਇਸ ਵਾਸਤੇ ਹੇ ਪ੍ਰਮਾਤਮਾ ਮੈਂ ਤੇਰਾ ਨਾਮ ਹੀ ਜਪੂੰਗਾ, ਮੈਨੂੰ ਤੇਰਾ ਨਾਮ ਹੀ ਵਧੀਆ ਲੱਗਦਾ ਹੈ। ਸਤਿਗੁਰੂ ਕਹਿੰਦੇ ਨਾ ਜਟਾ ਮੂੰਡ ਧਾਰੋ, ਨਾ ਮੁੰਦਰ ਕਾ ਸਵਾਰੋ, ਜਪੋ ਤਾਸ ਨਾਮ ਸਾਰੇ ਸਰਬ ਕਾਮ। ਦਸਮ ਗ੍ਰੰਥ ਦੇ ਵਿੱਚ ਕਹਿੰਦੇ ਨੇ, ਕਹਿੰਦੇ ਜਿਸ ਪਰਮੇਸ਼ਰ ਦੇ ਨਾਂ ਦੇ ਨਾਲ ਸਾਰੇ ਕਾਰਜ ਹੀ ਰਸ ਹੁੰਦੇ ਹੋਣ, ਸਾਡੇ ਲਈ ਪਰਮੇਸ਼ਰ ਦਾ ਨਾਮ ਜਪਣਾ ਹੀ ਜੋਗ ਮਤ ਹੈ। ਆਖੋ ਸਤਨਾਮ। ਸਭ ਤੋਂ ਵੱਡਾ ਜੋਗ ਮਤ ਹੈ ਪਰਮੇਸ਼ਰ ਦਾ ਨਾਂ ਜਪਣਾ। ਸਤਿਗੁਰੂ ਕਹਿੰਦੇ ਅਸੀਂ ਇੱਥੇ ਕਿਹੜੀਆਂ ਮੁੰਦਾਂ ਪਾਉਣੀਆਂ ਨੇ? ਜੇ ਮੁੰਦਾਂ ਧਾਰਨ ਕਰਨੀਆਂ ਨੇ ਕੰਨ ਦੇ ਵਿੱਚ, ਤੇ ਕਹਿੰਦੇ ਸੰਤੋਖ ਰੱਖੋ, ਸੰਤੋਖ ਦੀਆਂ ਮੁੰਦਰਾਂ ਆਪਣੇ ਕੰਨਾਂ ਵਿੱਚ ਪਾਓ। ਐਵੇਂ ਨਾ ਹੱਥ ਟੱਡ ਕੇ ਮੰਗੀ ਜਾਓ, ਐਵੇਂ ਨਾ ਲਾਲਚ ਕਰੀ ਜਾਓ। ਸਤਿਗੁਰੂ ਕਹਿੰਦੇ ਜਿਹੜਾ ਸੰਤੋਖੀ ਬਣ ਗਿਆ, ਜਿਹਨੇ ਸੰਤੋਖ ਰੱਖ ਲਿਆ, ਉਹਨੇ ਆਪਣੇ ਕੰਨ ਦੇ ਵਿੱਚ ਸੰਤੋਖ ਦੀ ਮੁੰਦਰਾ ਪਾ ਲਈ। ਮੈਂ ਬੈਰਾਗੀ ਜੋਗੀ, ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੇ ਸ਼ਬਦ ਆਏ, ਕਹਿੰਦੇ ਮੈਂ ਬੈਰਾਗੀ ਜੋਗੀ ਬਣ ਗਿਆ ਵਾਂ, ਬੈਰਾਗ ਧਾਰਨ ਕਰ ਲਿਆ ਵਾ, ਤੇ ਮੈਂ ਆਪਣੇ ਕੰਨਾਂ ਦੇ ਵਿੱਚ ਸੰਤੋਖ ਦੀ ਮੁੰਦਰਾ ਪਾ ਲਈ ਹੈ।
ਸਰਮ ਪਤ ਝੋਲੀ। ਫਿਰ ਉਹਨਾਂ ਦੇ ਕੋਲ ਇੱਕ ਝੋਲੀ ਵੀ ਹੁੰਦੀ ਹੈ, ਗੋਦੜੀ ਵੀ ਹੁੰਦੀ ਹੈ। ਉਹ ਕਿਹੜੀ? ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਹਿੰਦੇ ਸ਼ਰਮ ਰੱਖਣੀ, ਸ਼ਰਮ ਗ੍ਰਹਿਣ ਕਰਨੀ, ਭਾਵ ਕਿ ਮਾੜੇ ਪਾਸੇ ਨਹੀਂ ਜਾਣਾ। ਮਾੜੇ ਪਾਸਿਓਂ ਆਪਣੇ ਪੈਰਾਂ ਨੂੰ ਪਿੱਛੇ ਖਿੱਚਣਾ, ਮਾੜੇ ਪਾਸੇ ਨਹੀਂ ਪੈਰ ਰੱਖਣਾ, ਮਾੜਾ ਨਹੀਂ ਕਰਨਾ, ਮਾੜਾ ਨਹੀਂ ਬੋਲਣਾ। ਇਸ ਤਰੀਕੇ ਦੇ ਨਾਲ ਸ਼ਰਮ ਰੱਖਣੀ। ਪੱਤ ਝੋਲੀ ਕਹਿੰਦੇ ਇਹੋ ਹੀ ਸਾਡੇ ਲਈ ਇੱਕ ਝੋਲੀ ਹੈ, ਇੱਕ ਪਾਤਰ ਆ, ਇੱਕ ਪਾਤਰ ਹੈ ਮੰਗਣ ਵਾਲਾ, ਜਿਹੜਾ ਉਹਨਾਂ ਦੇ ਕੋਲ ਹੁੰਦਾ ਹੈ। ਕੋਈ ਪਾਤਰ, ਕੋਈ ਬਰਤਨ ਮੰਨ ਲਓ ਵੀ ਜਿਹੜਾ ਉਹ ਠੂਠਾ ਫੜ ਕੇ ਮੰਗਦੇ ਆ, ਜਿਹੜੇ ਠੂਠੇ ਦੇ ਵਿੱਚ ਉਹ ਭਿੱਖਿਆ ਪਵਾਉਂਦੇ ਆ। ਸਤਿਗੁਰੂ ਕਹਿੰਦੇ ਸਾਡੇ ਲਈ ਠੂਠਾ, ਸਾਡੇ ਲਈ ਝੋਲੀ ਸਿਰਫ ਉਹੋ ਹੀ ਹੈ ਵੀ ਸ਼ਰਮ ਰੱਖਣੀ, ਗਰੇਜ ਕਰਨਾ, ਜ਼ਿਆਦਾ ਮੰਗਣ ਤੋਂ ਸੰਤੋਖ ਰੱਖਣਾ। ਇਸ ਵਾਸਤੇ ਇਹ ਕਹਿੰਦੇ ਇਹਨਾਂ ਚੀਜ਼ਾਂ ਨੂੰ ਧਾਰਨ ਕਰ ਲੈ, ਜੋਗੀ ਬਣ ਜਾਏਗਾ। ਧਿਆਨ ਕੀ ਕਰ ਹੈ ਬੈਭੂਤ। ਫਿਰ ਕਹਿੰਦੇ ਤੁਸੀਂ ਕਿਹਾ ਵੀ ਬੈਭੂਤੀ ਮਲ ਲੈ, ਸਵਾਹ ਮਲ ਲੈ। ਸਵਾਹ ਮਲਦੇ ਨੇ ਜੋਗੀ ਆਪਣੇ ਪਿੰਡੇ ਤੇ। ਦਾਤਾ ਜੀ ਕਹਿੰਦੇ ਅਸੀਂ ਸਵਾਹ ਕਿਹੜੀ ਮਲੀ ਹੈ? ਗਰੀਬ ਨਵਾਜ਼ ਕਹਿੰਦੇ ਅਸੀਂ ਧਿਆਨ ਜਿਹੜਾ ਲਾਉਣਾ ਨਾ, ਪਰਮੇਸ਼ਰ ਦੇ ਵਿੱਚ ਧਿਆਨ ਲਾਉਣਾ, ਕਹਿੰਦੇ ਉਹ ਅਸੀਂ ਧਿਆਨ ਰੂਪ ਸਵਾਹ ਮਲੀ ਆਪਣੇ ਪਿੰਡੇ ਤੇ। ਪਰਮੇਸ਼ਰ ਦੇ ਨਾਲ ਹੀ ਧਿਆਨ ਲਾਉਣਾ, ਬਸ ਇਕਾਗਰਤਾ ਦੇ ਨਾਲ ਆਪਣੀ ਸੁਰਤੀ ਨੂੰ ਪਰਮੇਸ਼ਰ ਦੇ ਵਿੱਚ ਜਿਹੜਾ ਟਿਕਾਉਣਾ ਹੈ, ਨਾਮ ਜਪਦਿਆਂ ਹੋਇਆਂ। ਸਤਿਗੁਰੂ ਕਹਿੰਦੇ ਇਹ ਸਾਡੇ ਲਈ ਇੱਕ ਬੈਭੂਤ ਹੈ, ਇੱਕ ਇਹ ਸਵਾਹ ਹੈ। ਅਸੀਂ ਸਵਾਹ ਮਲ ਲਈ। ਸਵਾਹ ਮਲਣ ਤੋਂ ਭਾਵ ਕੀ ਹੁੰਦਾ ਸੀ? ਜਿਹੜੇ ਜੋਗੀ ਸਵਾਹ ਮਲਦੇ ਸਨ, ਕਿਉਂ ਮਲਦੇ ਸਨ? ਇਹਦਾ ਕਾਰਨ ਕੀ ਸੀ? ਇਹਦਾ ਕਾਰਨ ਇਹ ਸੀ ਵੀ ਜਿਸ ਦਿਨ ਬੰਦੇ ਦਾ ਸਰੀਰ ਛੁੱਟੂਗਾ, ਉਸ ਦਿਨ ਬੰਦੇ ਨੂੰ ਅੱਗ ਵਿੱਚ ਪਾ ਦਿੱਤਾ ਜਾਊਗਾ, ਅੱਗ ਵਿੱਚ ਪਾ ਦਿੱਤਾ ਜਾਊਗਾ। ਤੇ ਜਦੋਂ ਬੰਦੇ ਦਾ ਸੰਸਕਾਰ ਹੋਊਗਾ ਤੇ ਬੰਦੇ ਦੇ ਸਰੀਰ ਦੀ ਬਣ ਜਾਊਗੀ ਸਵਾਹ। ਉਹ ਇਸ ਗੱਲ ਦਾ ਨਿਰਣਾ ਕਰਦੀ ਸੀ ਪਿੰਡੇ ਤੇ ਮਲੀ ਸਵਾਹ ਵੀ ਭਾਈ ਵੇਖ ਲਾ, ਇੱਕ ਦਿਨ ਤੇਰੇ ਸਰੀਰ ਨੇ ਸਵਾਹ ਬਣਨਾ, ਇਹਦਾ ਮੋਹ ਨਾ ਕਰੀ, ਮੋਹ ਨਾ ਕਰੀ ਇਹਦਾ। ਇਹ ਸਰੀਰ ਇੱਕ ਦਿਨ ਸਵਾਹ ਹੋ ਜਾਊਗਾ, ਸਵਾਹ ਦੇ ਢੇਰੀ ਹੋ ਜਾਊਗਾ। ਇਹ ਯਾਦ ਕਰੋ, ਜ਼ਰੂਰੀ ਨਹੀਂ ਮਲਣੀ, ਪਰ ਇੱਕ ਨਿਰਣਾ ਕਰਦੀ ਸੀ। ਉਹ ਗੱਲ ਮਹਿਸੂਸ ਕਰਦੇ ਨੇ ਸਨ ਸਵਾਹ ਹੋਣੀ ਹੈ, ਸਰੀਰ ਨੇ ਸਵਾਹ ਬਣਨਾ ਹੈ ਤੇ ਬਣਨਾ ਵੀ ਹੈ। ਸਤਿਗੁਰੂ ਕਹਿੰਦੇ ਇੱਕ ਦਿਨ ਇਹ ਢੇਰੀ ਬਣ ਜਾਊਗੀ ਸਵਾਹ ਦੀ। ਇਹ ਤੇਰਾ ਜਿਹੜਾ ਤਨ ਹੈ ਨਾ, ਸੁੰਦਰ ਤਨ, ਪੰਜਾਂ ਤੱਤਾਂ ਵਾਲਾ, ਇੱਕ ਦਿਨ ਅੱਗ ਦੇ ਵਿੱਚ ਸੜ ਕੇ ਨਾ ਇਹਨੇ ਸਵਾਹ ਦੀ ਢੇਰੀ ਬਣ ਜਾਣਾ। ਸਵਾਹ ਦੀ ਢੇਰੀ ਬਸ 4 ਘੜੀਆਂ ਜਿਹੜੀਆਂ ਨੇ ਉਹ ਵਿੱਚੋਂ ਨਿਕਲਣੀਆਂ ਨੇ, ਬਾਕੀ ਸਾਰੀਆਂ ਸੜ ਜਾਣੀਆਂ ਨੇ। ਬਾਕੀ ਸਾਰੀਆਂ 4 ਘੜੀਆਂ ਬੰਦੇ ਦੇ ਸਰੀਰ ਵਿੱਚੋਂ ਨਿਕਲਣਗੀਆਂ ਤੇ ਗੁਰਮੁਖੋ ਬਾਕੀ ਸਭ ਸੜ ਜਾਣਗੀਆਂ। ਉਹ 4 ਕੁੱਜੇ 'ਚ ਪਾ ਕੇ ਪ੍ਰਵਾਹ ਕਰ ਦਿੱਤੀਆਂ ਜਾਣਗੀਆਂ। ਸੋ ਸਤਿਗੁਰੂ ਕਹਿੰਦੇ ਅਸੀਂ ਜਿਹੜੀ ਸਵਾਹ ਹੈ ਉਹ ਧਿਆਨ ਧਾਰਨਾ, ਇਹ ਸਵਾਹ ਮਲੀ ਹੈ। ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ। ਫਿਰ ਕਹਿੰਦੇ ਜੀ ਤੁਸੀਂ ਖਿੰਥਾ ਕਿਹੜੀ ਪਾਈ ਹੈ, ਖਿੰਥਾ ਕਿਹੜੀ ਧਾਰਨ ਕੀਤੀ ਹੈ? ਤੇ ਸਤਿਗੁਰੂ ਕਹਿੰਦੇ ਖਿੰਥਾ ਅਸੀਂ ਧਾਰਨ ਕੀਤੀ ਆ ਕਾਲ ਕੁਆਰੀ ਕਾਇਆ। ਕੁਆਰੀ ਕਹਿੰਦੇ ਆ ਰਹਿਤ, ਕੁਆਰੀ ਕਹਿੰਦੇ ਆ ਅਸੰਗ, ਮੌਤ ਦਾ ਸੰਗ ਨਹੀਂ, ਮੌਤ ਦੇ ਨਾਲ ਵਿਆਹੀ ਨਹੀਂ। ਕਹਿੰਦੇ ਮੌਤ ਤੋਂ ਜਿਹੜੀ ਰਹਿਤ ਰੱਖਣਾ ਹੈ ਕਾਇਆ ਨੂੰ, ਵੀ ਮੌਤ ਦਾ ਵੀ ਡਰ ਨਹੀਂ, ਮੌਤ ਤੋਂ ਵੀ ਰਹਿਤ ਰਹਿ ਜਾਏ, ਉਹ ਕਹਿੰਦੇ ਸਾਡੇ ਲਈ ਇੱਕ ਖਿੰਥਾ ਹੈ। ਕਾਲ ਮੌਤ, ਕੁਆਰੀ ਕਹਿੰਦੇ ਗੁਰਾਹੀ। ਅਸੀਂ ਆਪਣੇ ਮੂੰਹ ਦੇ ਵਿੱਚ ਬੁਰਕੀ ਪਾਉਣੇ ਆ, ਰੋਟੀ ਖਾਣੇ ਆ। ਸਤਿਗੁਰੂ ਕਹਿੰਦੇ ਇਹ ਨਿਰਣਾ ਕਰਨਾ ਵੀ ਮੌਤ ਦੀ ਗਰਾਹੀ ਨਹੀਂ ਬਣ ਦੇਣਾ ਅਸੀਂ ਆਪਣੇ ਆਪ ਨੂੰ, ਕਾਲ ਦੀ। ਅਸੀਂ ਕਾਲ ਦੀ ਗਰਾਹੀ ਨਹੀਂ ਬਣ ਦੇਣਾ ਆਪਣੇ ਆਪ ਨੂੰ। ਕਾਲ ਵੀ ਉਹਦੇ ਹੁਕਮ ਤੋਂ ਬਿਨਾਂ ਨਹੀਂ ਆ ਸਕਦਾ ਤੇ ਅਸੀਂ ਆਪਣੇ ਹੁਕਮ ਤੋਂ ਬਿਨਾਂ, ਆਪਣੀ ਮਰਜ਼ੀ ਤੋਂ ਬਿਨਾਂ ਵੀ ਨਹੀਂ ਮਰ ਸਕਦੇ। ਕਹਿੰਦੇ ਜਿਹੜਾ ਗੁਰਸਿੱਖ ਹੁੰਦਾ ਹੈ ਨਾ, ਆਪਣੀ ਮਰਜ਼ੀ ਨਾਲ ਹੀ ਜਾਂਦਾ ਤੇ ਆਪਣੀ ਮਰਜ਼ੀ ਨਾਲ ਹੀ ਆਉਂਦਾ। ਉਹਦੇ ਤੇ ਕਾਲ ਦਾ ਡੰਡਾ, ਜਮਾਂ ਦਾ ਡੰਡਾ ਤੇ ਕਾਲ ਦੀ ਫਾਹੀ ਤੇ ਕਾਲ ਦਾ ਹੁਕਮ ਨਹੀਂ ਚੱਲਦਾ। ਸਤਿਗੁਰੂ ਕਹਿੰਦੇ ਜਿਹੜਾ ਮੌਤ ਤੋਂ ਸਰੀਰ ਨੂੰ ਰਹਿਤ ਰੱਖਣਾ ਹੈ, ਕਾਇਆ ਨੂੰ, ਕੁਵਾਰੀ ਕਾਇਆ, ਸਤਿਗੁਰੂ ਕਹਿੰਦੇ ਇਹੋ ਹੀ ਸਾਡੇ ਲਈ ਇੱਕ ਖਿੰਥਾ ਹੈ। ਇਹ ਅਸੀਂ ਖਿੰਥਾ ਧਾਰਨ ਕੀਤੀ ਹੋਈ ਹੈ।
ਜੁਗਤ ਡੰਡਾ ਪ੍ਰਤੀਤ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਹਿੰਦੇ ਤੁਸੀਂ ਤਾਂ ਬਾਹਰ ਦੇ ਯੋਗ ਦੀਆਂ ਗੱਲਾਂ ਕਰਦੇ ਹੋ, ਪਰ ਕਹਿੰਦੇ ਅਸੀਂ ਸਹਿਜ ਯੋਗ, ਸਹਿਜ ਯੋਗ ਜਿਹੜਾ ਨਾ, ਸਹਿਜ ਯੋਗ, ਅਸੀਂ ਸਹਿਜ ਯੋਗ ਦੀ ਗੱਲ ਕਰਦੇ ਆਂ, ਅੰਦਰ ਦੀ ਗੱਲ ਕਰਦੇ ਆਂ, ਅੰਦਰ ਦੀ ਗੱਲ, ਅੰਦਰ ਦਾ ਯੋਗੀ ਹੋਣਾ ਚਾਹੀਦਾ। ਸਤਿਗੁਰੂ ਕਹਿੰਦੇ ਇਹ ਜਿਹੜਾ ਵਿਚਾਰ ਹੈ, ਵਿਚਾਰ ਗ੍ਰਹਿਣ ਕਰਨਾ, ਇਹ ਵਿਚਾਰ ਰੂਪ ਸੁਰਾ ਰੱਖੋ, ਤੇ ਸੰਕਲਪ ਰੂਪ ਜਿਹੜੀਆਂ ਮੁੰਦਰਾਂ ਨੇ, ਸੰਕਲਪ ਰੂਪ ਜਿਹੜੇ ਕੰਨ ਨੇ, ਸੰਕਲਪ ਰੂਪ ਕੰਨਾਂ ਦੇ ਵਿੱਚ ਇਹ ਧਿਆਨ, ਇਹ ਜਿਹੜੀਆਂ ਸੰਤੋਖ ਦੀਆਂ ਮੁੰਦਰਾਂ ਪਾ ਲਓ, ਤੇ ਵਿਚਾਰ ਰੂਪ ਸੁਰੇ ਦੇ ਨਾਲ ਇਹ ਸੰਕਲਪ ਰੂਪ ਕੰਨਾਂ ਦੇ ਵਿੱਚ ਛੇਕ ਕਰ ਦਿਓ। ਇਸ ਤਰੀਕੇ ਨਾਲ ਸਤਿਗੁਰੂ ਕਹਿੰਦੇ ਜੁਗਤ ਡੰਡਾ ਪ੍ਰਤੀਤ, ਜੁਗਤੀ, ਇਹ ਜੁਗਤੀ ਹੈ ਸਾਡੇ ਕੋਲ ਜੁੜਨ ਦੀ। ਕਹਿੰਦੇ ਜੁਗਤ ਡੰਡਾ ਪ੍ਰਤੀਤ ਭਾਵ ਕਿ ਜਿਹੜਾ ਸਹਿਜ ਯੋਗ ਦੇ ਵਿੱਚ ਜੁੜਨਾ ਹੈ, ਸਹਿਜ ਯੋਗ ਦੀ ਜੁਗਤੀ ਨੂੰ ਸਮਝਣਾ ਹੈ, ਜਾਂ ਪ੍ਰਤੀਤ ਕਹਿੰਦੇ ਭਰੋਸਾ, ਸਹਿਜ ਯੋਗ ਦੇ ਉੱਤੇ ਭਰੋਸਾ ਕਰਨਾ। ਸਤਿਗੁਰੂ ਕਹਿੰਦੇ ਅਸੀਂ ਸਹਿਜ ਯੋਗ ਤੇ ਭਰੋਸਾ ਕਰਦੇ ਹਾਂ, ਜਾਂ ਜੁੜਨ ਵਿੱਚ ਭਰੋਸਾ ਕਰਦੇ ਹਾਂ। ਇਹੋ ਹੀ ਸਾਡੇ ਲਈ ਕਹਿੰਦੇ ਡੰਡਾ ਹੈ। ਜੋਗੀ ਆਪਣੇ ਹੱਥ ਦੇ ਵਿੱਚ ਡੰਡਾ ਵੀ ਰੱਖਦੇ ਸਨ, ਕਹਿੰਦੇ ਇਹੋ ਸਾਡੇ ਲਈ ਇੱਕ ਡੰਡਾ ਹੈ, ਜੁਗਤ ਡੰਡਾ ਪ੍ਰਤੀਤ। ਅਸੀਂ ਜੁੜਨ ਦੇ ਵਿੱਚ ਕਹਿੰਦੇ ਭਰੋਸਾ ਰੱਖਦੇ ਹਾਂ, ਪ੍ਰਤੀਤ ਜਾਂ ਪਰਮੇਸ਼ਰ ਦੇ ਨਾਲ ਜੁਗਤ, ਜੁਗਤ ਦੇ ਨਾਲ ਜੁੜਨ ਦੇ ਵਿੱਚ ਹੀ ਭਰੋਸਾ ਹੈ ਸਾਨੂੰ, ਜਾਂ ਵਾਹਿਗੁਰੂ ਦੇ ਉੱਤੇ ਸਾਨੂੰ ਭਰੋਸਾ ਹੈ। ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ। ਫਿਰ ਸਿੱਧ ਕਹਿੰਦੇ ਮਹਾਰਾਜ ਸਾਡੇ 12 ਪੰਥ ਨੇ, ਜਿਹੜੇ ਜੋਗੀਆਂ ਦੇ 12 ਪੰਥ ਨੇ। 12 ਪੰਥਾਂ ਦੇ ਵਿੱਚ ਇੱਕ ਸ਼੍ਰੋਮਣੀ ਪੰਥ ਉਹਨਾਂ ਦਾ ਹੁੰਦਾ, ਆਈ ਪੰਥੀ। ਆਈ ਪੰਥੀ ਉਹਨਾਂ ਦਾ ਸ਼੍ਰੋਮਣੀ ਪੰਥ ਹੁੰਦਾ, ਉਹਦਾ ਸਾਰੀਆਂ ਜਮਾਤਾਂ ਦੇ ਨਾਲ ਸੰਬੰਧ ਹੁੰਦਾ। ਉਹ ਸਾਰੀਆਂ ਜਿੰਨੀਆਂ ਵੀ ਸਿੱਧਾਂ ਦੀਆਂ ਜਮਾਤਾਂ ਨੇ ਨਾ, ਜੋਗੀਆਂ ਦੀਆਂ, ਉਹਨਾਂ ਦੇ ਨਾਲ ਉਹਦਾ ਸੰਬੰਧ ਹੁੰਦਾ ਹੈ ਆਈ ਪੰਥੀ ਦਾ। ਤੇ ਆਈ ਪੰਥੀ ਨੂੰ ਸ਼੍ਰੋਮਣੀ ਮੰਨਦੇ ਆ, ਸਾਰਿਆਂ ਤੋਂ ਸ਼੍ਰੋਮਣੀ। ਤੇ ਗੁਰੂ ਨਾਨਕ ਪਾਤਸ਼ਾਹ ਨੂੰ ਕਹਿੰਦੇ ਮਾਲਕ ਜੀ ਤੁਸੀਂ ਕਿਹੜੇ ਆਈ ਪੰਥ ਨੂੰ ਗ੍ਰਹਿਣ ਕੀਤਾ ਹੈ, ਤੁਹਾਡਾ ਸ਼੍ਰੋਮਣੀ ਪੰਥ ਕਿਹੜਾ ਹੈ? ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆਈ ਪੰਥੀ ਸਗਲ ਜਮਾਤੀ। ਕਹਿੰਦੇ ਇਸ ਸੰਸਾਰ ਦੇ ਅੰਦਰ ਸਾਰਿਆਂ ਦੇ ਵਿੱਚ ਪਰਮੇਸ਼ਰ ਦੀ ਜੋਤ ਆਈ ਹੋਈ ਹੈ। ਕਹਿੰਦੇ ਕੋਈ ਵੀ ਉਹਦੀ ਜੋਤ ਤੋਂ ਬਿਨਾਂ ਨਹੀਂ ਆ। ਅਸੀਂ ਪੜ੍ਹਦੇ ਆ ਨਾ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਕੈ ਚਾਨਣ ਸਭ ਮੈਂ ਚਾਨਣ ਹੋਏ। ਕਹਿੰਦੇ ਉਹਦੀ ਜੋਤ ਦੇ ਨਾਲ ਹੀ ਸਾਰਿਆਂ ਦੇ ਅੰਦਰ ਚਾਨਣ ਹੋ ਰਿਹਾ ਹੈ। ਤੇ ਜਿਹੜਾ ਇਹ ਨਿਰਣਾ ਕਰ ਲੈਣਾ ਵੀ ਸਾਰਿਆਂ ਦੇ ਵਿੱਚ ਹੀ ਪਰਮੇਸ਼ਰ ਦੀ ਜੋਤ ਹੈ, ਸਾਰਿਆਂ ਦੇ ਵਿੱਚ ਹੀ ਰੱਬ ਵਿਆਪਕ ਹੋ ਰਿਹਾ ਹੈ, ਕਹਿੰਦੇ ਸਾਡੇ ਲਈ ਉਹ ਕੀ ਆ? ਆਈ ਪੰਥੀ ਆ। ਜਾਂ ਅਸੀਂ ਸਾਰਿਆਂ ਦੇ ਹਮ ਜਮਾਤੀ ਆ, ਸਾਰਿਆਂ ਦੇ ਨਾਲ ਸਾਡਾ ਪਿਆਰ ਆ, ਅਸੀਂ ਸਾਰਿਆਂ ਨੂੰ ਰੱਬ ਦੇ ਹੀ ਬਣਾਏ ਸਮਝਦੇ ਹਾਂ। ਇਸ ਵਾਸਤੇ ਸਾਰੇ ਹੀ ਸਾਡੇ ਪਿਆਰ ਕਰਨ ਵਾਲੇ, ਮੋਹ ਕਰਨ ਵਾਲੇ, ਸਾਰੇ ਹੀ ਰੱਬ ਦੇ ਬੰਦੇ ਨੇ, ਸਾਰੇ ਰੱਬ ਦੇ ਬੰਦੇ ਨੇ, ਸਾਰੇ ਰੱਬ ਦੇ ਬਣਾਏ ਨੇ। ਇੱਕ ਸਤਿਗੁਰੂ ਗੁਰਬਾਣੀ ਵਿੱਚ ਕਹਿੰਦੇ ਨੇ ਨਾ ਕਿ ਏਕ ਪਿਤਾ ਏਕ ਸਕੇ ਹਮ ਬਾਰਕ, ਇੱਕੋ ਹੀ ਪਿਤਾ ਤੇ ਇੱਕ ਦੇ ਅਸੀਂ ਬੱਚੇ ਹਾਂ। ਇਸ ਵਾਸਤੇ ਸਾਡੇ ਲਈ ਆਈ ਪੰਥੀ ਇਹੋ ਹੀ ਆ ਜਿਹੜਾ ਰੱਬ ਦੀ ਜੋਤ ਨੂੰ ਸਾਰਿਆਂ 'ਚ ਸਮਝਣਾ। ਮਨ ਜੀਤੈ ਜਗ ਜੀਤ। ਸਤਿਗੁਰੂ ਕਹਿੰਦੇ ਜਿਹਨੇ ਮਨ ਜਿੱਤ ਲਿਆ ਉਹਨੇ ਜਗ ਜਿੱਤ ਲਿਆ, ਜਿਹਨੇ ਮਨ ਨਹੀਂ ਜਿੱਤਿਆ ਭਾਵੇਂ ਜਗ ਨੂੰ ਜਿੱਤ ਲੈ ਉਹਨੇ ਕੁਝ ਨਹੀਂ ਜਿੱਤਿਆ। ਹੁਣ ਕਈ ਰਾਜੇ ਉਹਨਾਂ ਨੇ ਸੰਸਾਰ ਦੇ ਵਿੱਚ ਬੜੇ ਬੜੇ ਕਿਲੇ ਜਿੱਤ ਲਏ, ਬੜੇ ਬੜੇ ਰਾਜੇ ਜਿੱਤ ਲਏ, ਉਹ ਕਹਿੰਦੇ ਅਸੀਂ ਫਤਿਹ ਪਾ ਲਈ। ਪਰ ਗੁਰੂ ਨਾਨਕ ਸਾਹਿਬ ਕਹਿੰਦੇ ਤੁਸੀਂ ਕਿਲੇ ਜਿੱਤ ਲਏ, ਰਾਜਿਆਂ ਨੂੰ ਆਕੀ ਕਰ ਲਿਆ, ਆਕੀ ਰਾਜਿਆਂ ਨੂੰ ਵਸ ਕਰ ਲਿਆ, ਪਰ ਦਾਤਾ ਜੀ ਕਹਿੰਦੇ ਇੱਕ ਰਾਜਾ ਤੁਹਾਡੇ ਤੋਂ ਜਿੱਤਿਆ ਨਹੀਂ ਗਿਆ ਅਜੇ ਤੱਕ। ਕਿ ਦੁਨੀਆ ਦੇ ਰਾਜਿਓ ਤੁਸੀਂ ਕਹਿੰਦੇ ਹੋ ਅਸੀਂ ਦੁਨੀਆ ਤੇ ਫਤਿਹ ਪਾ ਲਈ, ਅਸੀਂ ਰਾਜੇ ਜਿੱਤ ਲਏ, ਪਰ ਗੁਰੂ ਨਾਨਕ ਸਾਹਿਬ ਕਹਿੰਦੇ ਮੈਨੂੰ ਇਹ ਦੱਸੋ ਵੀ ਤੁਸੀਂ ਸਾਰੇ ਜਿੱਤ ਲਏ, ਕੋਈ ਤੁਹਾਡੇ ਤੋਂ ਵੱਖਰਾ ਤਾਂ ਨਹੀਂ, ਕੋਈ ਤੁਹਾਡੇ ਨਾਲ ਇਹੋ ਜਿਹਾ ਵੀ ਰਾਜਾ ਖੜਾ ਹੈ ਜਿਹੜਾ ਅਜੇ ਤੱਕ ਜਿੱਤਿਆ ਨਹੀਂ ਗਿਆ, ਤੁਸੀਂ ਕਹਿੰਦੇ ਅਸੀਂ ਸਾਰੇ ਜਿੱਤ ਲਏ। ਉਹ ਕਹਿੰਦੇ ਜੀ ਕਿਹੜਾ ਰਾਜਾ? ਗੁਰੂ ਨਾਨਕ ਸਾਹਿਬ ਕਹਿੰਦੇ ਮਨ ਰੂਪ ਰਾਜਾ।
ਦੁਨੀਆ ਦੇ ਸਾਰੇ ਰਾਜੇ ਫਤਿਹ ਕਰ ਲਏ। ਜਦੋਂ ਰਾਜਾ ਕੋਈ ਫਤਿਹ ਪਾਉਣ ਜਾਂਦਾ ਨਾ, ਉਹ ਲੜਾਈ ਕਰਦਾ, ਉੱਥੇ ਤੋਪ ਦੀ ਵਰਤੋਂ ਵੀ ਕਰਦਾ ਹੈ। ਉੱਥੇ ਗੁਰਮੁਖੋ ਮਾਰੂ ਹਥਿਆਰਾਂ ਦੀ, ਜਿਹੜੇ ਅੱਗ ਉਗਲਦੇ ਨੇ, ਉਹਨਾਂ ਦੀ ਵਰਤੋਂ ਕਰਦਾ ਹੈ, ਗੋਲਿਆਂ ਦੀ ਵਰਤੋਂ ਕਰਦਾ ਹੈ, ਕਿਰਪਾਨਾਂ, ਤਲਵਾਰਾਂ, ਨੇਜਿਆਂ ਦੀ ਵਰਤੋਂ ਕਰਦਾ ਹੈ। ਪਰ ਗੁਰਮੁਖੋ ਮਨ ਦੇ ਉੱਤੇ ਨਾ ਤਾਂ ਤਲਵਾਰ ਦੀ ਵਰਤੋਂ ਹੋਣੀ ਆ, ਨਾ ਗੋਲਿਆਂ ਦੀ ਵਰਤੋਂ ਹੋਣੀ ਹੈ, ਨਾ ਟੰਕਾਂ ਦੀ ਵਰਤੋਂ ਹੋਣੀ, ਨਾ ਤੋਪਾਂ ਦੀ ਵਰਤੋਂ ਹੋਣੀ ਹੈ ਮਨ ਦੇ ਉੱਤੇ। ਸਤਿਗੁਰੂ ਕਹਿੰਦੇ ਮਨ ਜੇ ਜਿੱਤਣਾ ਹੈ ਤੇ ਗੁਰਬਾਣੀ ਦੁਆਰਾ ਹੀ ਜਿੱਤਿਆ ਜਾਣਾ ਹੈ। ਗੁਰਬਾਣੀ ਦੁਆਰਾ, ਸਿਮਰਨ ਦੁਆਰਾ ਹੀ ਜਿੱਤਿਆ ਜਾਣਾ ਹੈ, ਉੱਦਾਂ ਨਹੀਂ ਜਿੱਤਿਆ ਜਾਣਾ। ਪਰ ਕਬੀਰ ਸਾਹਿਬ ਨੇ ਜੰਗ ਵੀ ਕਰਨਾ ਦੱਸਿਆ। ਕਹਿੰਦੇ ਤੁਸੀਂ ਜੰਗ ਵੀ ਕਰੋ ਇਹਦੇ ਨਾਲ। ਕਬੀਰ ਸਾਹਿਬ ਕਹਿੰਦੇ ਅਸੀਂ ਜੰਗ ਕੀਤਾ ਮਨ ਦੇ ਨਾਲ। ਸਤਿਗੁਰੂ ਨੇ ਗੁਰਬਾਣੀ ਦੇ ਵਿੱਚ ਨਿਰਣਾ ਕੀਤਾ ਹੈ, ਭਗਤ ਕਬੀਰ ਸਾਹਿਬ ਨੇ ਇਸ ਗੱਲ ਦਾ ਨਿਰਣਾ ਕੀਤਾ ਹੈ। ਉਹ ਕਹਿੰਦੇ ਜਿਸ ਕਿਲੇ ਦੇ ਵਿੱਚ ਮਨ ਰੂਪ ਰਾਜਾ ਬੈਠਾ ਨਾ, ਸਰੀਰ ਰੂਪ ਕਿਲੇ ਦੇ ਵਿੱਚ ਆਕੀ ਹੋਇਆ ਬੈਠਾ ਹੈ ਮਨ ਰੂਪ ਰਾਜਾ। ਕਹਿੰਦੇ ਅਸੀਂ ਗਿਆਨ ਦਾ ਗੋਲਾ ਚਲਾਇਆ, ਗਿਆਨ ਦਾ ਗੋਲਾ। ਗਿਆਨ ਦਾ ਗੋਲਾ ਜਦੋਂ ਚਲਾਇਆ ਨਾ, ਤੇ ਫਿਰ ਜਿਹੜਾ ਮਨ ਸੀ ਵਸ ਆ ਗਿਆ। ਪ੍ਰੇਮ ਪਲੀਤਾ ਸੁਰਤ ਹਵਾਈ। ਕਹਿੰਦੇ ਅਸੀਂ ਪ੍ਰੇਮ ਦਾ ਪਲੀਤਾ ਲਾਇਆ, ਸੁਰਤ ਹਵਾਈ। ਤੇ ਕਹਿੰਦੇ ਸੁਰਤ ਦੀ ਹਵਾਈ ਬਣਾ ਕੇ, ਪ੍ਰੇਮ ਦਾ ਪਲੀਤਾ ਸੁਰਤ ਹਵਾਈ, ਗੋਲਾ ਗਿਆਨ ਚਲਾਇਆ। ਭਗਤ ਕਬੀਰ ਸਾਹਿਬ ਕਹਿੰਦੇ ਫਿਰ ਅਸੀਂ ਗਿਆਨ ਦਾ ਗੋਲਾ ਉਹਦੇ ਵੱਲ ਸੁੱਟਿਆ, ਵੀ ਲੈ ਵੀ ਅਸੀਂ ਤੈਨੂੰ ਵਸ ਕਰ ਲੈਣਾ, ਤੂੰ ਆਕੀ ਹੋਇਆ ਬੈਠਾ ਨਾ, ਅਸੀਂ ਤੈਨੂੰ ਵਸ ਕਰ ਲੈਣਾ। ਕਹਿੰਦੇ ਪ੍ਰੇਮ ਪਲੀਤਾ ਸੁਰਤ ਹਵਾਈ, ਗੋਲਾ ਗਿਆਨ ਚਲਾਇਆ। ਇਸ ਤਰੀਕੇ ਦੇ ਨਾਲ ਅਸੀਂ ਜੰਗ ਕਰਕੇ ਉਹਨੂੰ ਵਸ ਕੀਤਾ। ਸਤਿਗੁਰੂ ਕਹਿੰਦੇ ਜਿਨੇ ਮਨ ਨੂੰ ਵਸ ਕਰ ਲਿਆ, ਉਹਨੇ ਜੱਗ ਨੂੰ ਜਿੱਤ ਲਿਆ। ਪਰ ਜਿਹਦਾ ਮਨ ਹੀ ਅਜੇ ਤੱਕ ਜਿੱਤਿਆ ਨਹੀਂ ਗਿਆ, ਉਹਨੇ ਜੱਗ ਨਹੀਂ ਜਿੱਤਿਆ। ਇਸ ਵਾਸਤੇ ਮਨ ਜੀਤੈ ਜਗ ਜੀਤ। ਮਨ ਜਿੱਤਿਆ ਜਾਵੇ ਤਾਂ ਜਗਤ ਤੇ ਫਤਿਹ ਹੋ ਜਾਂਦੀ ਹੈ। ਆਦੇਸ ਤਿਸੇ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਫਿਰ ਕਹਿੰਦੇ ਜੀ ਅਸੀਂ ਆਦੇਸ਼ ਕਰਦੇ ਹਾਂ, ਸਾਡਾ ਬੋਲਾ ਹੈ। ਅਸੀਂ ਜਦੋਂ ਇੱਕ ਦੂਜੇ ਨੂੰ ਮਿਲਦੇ ਹਾਂ ਨਾ, ਅਸੀਂ ਕਰਦੇ ਹਾਂ ਆਦੇਸ਼। ਆਦੇਸ਼ ਤੁਹਾਡਾ ਕਿਹੜਾ ਬੋਲਾ? ਸਤਿਗੁਰੂ ਕਹਿੰਦੇ ਜਿਹੜੀ ਪਰਮੇਸ਼ਰ ਵਾਹਿਗੁਰੂ ਨੂੰ ਨਮਸਕਾਰ ਕਰਨੀ ਹੈ, ਸਤਿਗੁਰੂ ਕਹਿੰਦੇ ਸਾਡਾ ਉਹੀ ਆਦੇਸ਼ ਹੈ। ਆਦੇਸ਼ ਤਿਸੇ ਆਦੇਸ਼, ਅਸੀਂ ਪਰਮੇਸ਼ਰ ਨੂੰ ਨਮਸਕਾਰ ਕਰਦੇ ਹਾਂ, ਆਦੇਸ਼ ਕਰਦੇ ਹਾਂ। ਆਦ ਕਹਿੰਦੇ ਸਾਰਿਆਂ ਦਾ ਮੁੱਢ ਹੈ, ਅਨੀਲ ਗਿਣਤੀ ਤੋਂ ਰਹਿਤ ਹੈ, ਅਨਾਦ ਪੈਦਾ ਹੋਣ ਤੋਂ ਰਹਿਤ ਹੈ, ਅਨਾਹਤ ਮਰਨ ਤੋਂ ਰਹਿਤ ਹੈ, ਜੁਗ ਜੁਗ ਏਕੋ ਵੇਸ। ਸਤਿਗੁਰੂ ਕਹਿੰਦੇ ਸਾਰੇ ਯੁੱਗਾਂ ਦੇ ਵਿੱਚ ਉਹਦਾ ਇੱਕੋ ਹੀ ਵੇਸ। ਸੂਰਜ ਏਕੋ ਰੁੱਤ ਅਨੇਕ। ਕਹਿੰਦੇ ਸੂਰਜ ਏਕਾ, ਰੁੱਤਾਂ ਅਨੇਕ ਨੇ, ਪਰ ਸੂਰਜ ਕਦੇ ਬਦਲਦਾ ਨਹੀਂ। ਰੁੱਤਾਂ ਬਦਲਦੀਆਂ ਰਹਿੰਦੀਆਂ ਨੇ, ਪਰ ਸੂਰਜ ਇੱਕੋ ਹੀ ਰਹਿੰਦਾ ਹੈ। ਇਸੇ ਤਰ੍ਹਾਂ ਪਰਮੇਸ਼ਰ ਪਰਮਾਤਮਾ ਇੱਕੋ ਹੀ ਰਹਿੰਦਾ ਹੈ। ਦੁਨੀਆ ਦੇ ਵੇਸ ਬਦਲ ਦਿੰਦਾ ਹੈ, ਦੁਨੀਆ ਦੇ ਰੰਗ ਢੰਗ ਬਦਲ ਦਿੰਦਾ ਹੈ, ਪਰ ਆਪਣਾ ਇੱਕੋ ਹੀ ਸਰੂਪ ਰੱਖਦਾ, ਨਿੱਜੀ ਸਰੂਪ, ਇੱਕੋ ਹੀ ਸਰੂਪ। ਇਸ ਵਾਸਤੇ ਸਤਿਗੁਰੂ ਕਹਿੰਦੇ ਉਹ ਸਾਰਿਆਂ ਯੁੱਗਾਂ ਦੇ ਵਿੱਚ ਇੱਕੋ ਹੀ ਸਰੂਪ ਹੈ ਉਹਦਾ, ਪਰਮਾਤਮਾ ਦਾ। ਇੱਕ ਥਾਂ ਤੇ ਅਸਥਿਰ ਹੈ ਪਰਮਾਤਮਾ। ਭੁਗਤ ਗਿਆਨ ਦਇਆ ਭੰਡਾਰਨ, ਘਟ ਘਟ ਵੱਜ ਹੈ ਨਾਦ। ਫਿਰ ਕਹਿਣ ਲੱਗੇ ਉਹ ਸਿੱਧ, ਕਹਿੰਦੇ ਸਾਡੇ ਜੋਗੀਆਂ ਦੇ ਵਿੱਚ ਨਾ ਚੂਰਮਾ ਛਕਦੇ ਆ, ਉਹਨਾਂ ਦਾ ਇੱਕ ਭੋਜਨ ਹੁੰਦਾ ਚੂਰਮਾ। ਕਹਿੰਦੇ ਤੁਸੀਂ ਕੀ ਛਕਦੇ ਹੋ? ਕਿਹੜਾ ਤੁਹਾਡੇ ਪਾਸ ਇਹੋ ਜਿਹਾ ਚੂਰਮਾ ਜਿਹੜਾ ਛਕਦੇ ਹੋ? ਤੇ ਗੁਰੂ ਨਾਨਕ ਸਾਹਿਬ ਕਹਿੰਦੇ ਭੁਗਤ ਗਿਆਨ, ਅਸੀਂ ਗਿਆਨ ਰੂਪ ਚੂਰਨਾ ਭੋਜਨ ਛਕਦੇ ਹਾਂ। ਸਾਡੇ ਲਈ ਭੁਗਤ ਭੋਜਨ ਉਹੀ ਹੈ ਗਿਆਨ। ਜਿਹੜਾ ਗਿਆਨ ਦੈਵੀ ਗਿਆਨ ਆ ਨਾ, ਸਤਿਗੁਰੂ ਕਹਿੰਦੇ ਉਹ ਸਾਡੇ ਲਈ ਭੋਜਨ ਆ। ਦਇਆ ਭੰਡਾਰਨ, ਕਹਿੰਦੇ ਸਾਡੇ ਮਤ ਦੇ ਵਿੱਚ ਇੱਕ ਭੰਡਾਰਨ ਵੀ ਹੁੰਦੀ ਹੈ, ਵਰਤਾਉਣ ਵਾਲਾ ਵੀ ਹੁੰਦਾ, ਇੱਕ ਵਰਤਾਵਾ ਵੀ ਹੁੰਦਾ ਹੈ। ਤੇ ਤੁਹਾਡੇ ਮਤ ਵਿੱਚ ਕਿਹੜਾ ਹੈ? ਸਤਿਗੁਰੂ ਕਹਿੰਦੇ ਦਇਆ ਜਿਹੜੀ ਹੈ ਨਾ, ਇੱਕ ਮਾਈ ਆ, ਇਹ ਵਰਤਾਵਾ ਹੈ ਸਾਡੇ ਲਈ, ਜਿਹੜੀ ਗਿਆਨ ਨੂੰ ਵਰਤਾ ਰਹੀ ਹੈ, ਭੋਜਨ ਨੂੰ ਵਰਤਾ ਰਹੀ ਹੈ। ਘਟ ਘਟ ਵੱਜ ਹੈ ਨਾਦ। ਫਿਰ ਕਹਿੰਦੇ ਜੀ ਜਦੋਂ ਅਸੀਂ ਛਕਦੇ ਹਾਂ ਨਾ ਕੁਝ, ਤੇ ਛਕਦੇ ਹਾਂ, ਛਕਣ ਤੋਂ ਪਹਿਲਾਂ ਅਸੀਂ ਇੱਕ ਵਾਜਾ ਵਜਾਉਣੇ ਹੁੰਦੇ ਹਾਂ। ਅਸੀਂ ਇੱਕ ਤਾਲ ਪੂਰਦੇ ਹਾਂ, ਅਸੀਂ ਵਜਾਉਣੇ ਆ, ਸੰਖ ਵਜਾਉਣੇ ਆ, ਨਾਦ ਪੂਰਦੇ ਆ। ਤੇ ਤੁਹਾਡੇ ਮਤ ਦੇ ਵਿੱਚ ਕਿਹੜਾ ਇਹੋ ਜਿਹਾ ਵਾਜਾ ਵਜਾਇਆ ਜਾਂਦਾ ਵੀ ਸਿੱਧਾ ਨੂੰ ਪਤਾ, ਲੋਕਾਂ ਨੂੰ ਪਤਾ ਲੱਗ ਜਾਏ ਵੀ ਛਕਣਾ ਹੁਣ ਕੁਝ? ਦਾਤਾ ਜੀ ਕਹਿੰਦੇ ਘਟ ਘਟ ਵੱਜ ਹੈ ਨਾਦ, ਜਿਹੜਾ ਸਾਰਿਆਂ ਦੇ ਵਿੱਚ
ਪਰਮੇਸ਼ਰ ਦੀ ਆਵਾਜ਼ ਆ ਰਹੀ ਹੈ, ਵਾਹਿਗੁਰੂ ਵਾਹਿਗੁਰੂ ਚੱਲ ਰਿਹਾ ਹੈ, ਜਾਂ ਸਭੈ ਘਟ ਰਾਮ ਬੋਲੇ। ਸਤਿਗੁਰੂ ਕਹਿੰਦੇ ਇਹੋ ਹੀ ਆਵਾਜ਼ਾਂ ਹੈ, ਸਾਰਿਆਂ ਦੇ ਵਿੱਚ ਹੀ ਉਹ ਬੋਲ ਰਿਹਾ ਹੈ। ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਕਹਿੰਦੇ ਪਰਮੇਸ਼ਰ ਤੋਂ ਬਿਨਾ ਕੋਈ ਬੋਲਦਾ ਹੀ ਨਹੀਂ, ਸਾਰਿਆਂ 'ਚ ਹੀ ਪਰਮੇਸ਼ਰ ਬੋਲਦਾ ਹੈ। ਫਿਰ ਕਹਿ ਦਿੱਤਾ, ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਵਜਾਇਆ ਵਾਜਾ ਪੌਣ, 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ। ਇਹ ਵਾਜਾ ਵੱਜ ਰਿਹਾ ਪਰਮੇਸ਼ਰ ਦਾ, ਅਨਾਹਦ ਵਾਜਾ ਵੱਜ ਰਿਹਾ, ਆਪਣੇ ਆਪ ਹੀ ਵੱਜੀ ਜਾਂਦਾ। ਇਹੋ ਕਹਿੰਦੇ ਸਾਡੇ ਲਈ ਇੱਕ ਵਾਜਾ ਹੈ। ਆਪ ਨਾਥ ਨਾਥੀ ਸਭ ਜਾਂ ਕੀ, ਰਿੱਧ ਸਿੱਧ ਅਵਰਾ ਸਾਧ। ਕਹਿੰਦੇ ਜੇ ਤੁਸੀਂ ਸਾਡੇ ਜੋਗ ਮਤ ਨੂੰ ਧਾਰਨ ਕਰ ਲਓ ਨਾ ਕਿਤੇ, ਤੇ ਤੁਸੀਂ ਸਾਡੇ ਮਤ ਦੇ ਵਿੱਚ ਨਾ ਸ਼੍ਰੋਮਣੀ ਨਾਥ ਬਣ ਜਾਓਗੇ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਮੈਨੂੰ ਨਾਥ ਬਣਨ ਦੀ ਲੋੜ ਹੀ ਨਹੀਂ, ਮੈਂ ਨਾਥ ਨਹੀਂ ਬਣਨਾ ਚਾਹੁੰਦਾ। ਕਹਿੰਦੇ ਆਪ ਨਾਥ, ਉਹ ਵਾਹਿਗੁਰੂ ਪਰਮਾਤਮਾ ਆਪ ਹੀ ਨਾਥ ਆ, ਸਭ ਤੋਂ ਵੱਡਾ ਨਾਥ ਹੋਆ ਪਰਮਾਤਮਾ। ਆਪ ਨਾਥ ਨਾਥੀ ਸਭ ਜਾਂ ਕੀ। ਕਹਿੰਦੇ ਜਿਸ ਵਾਹਿਗੁਰੂ ਨੇ ਆਪਣੇ ਹੁਕਮ ਦੇ ਵਿੱਚ ਨਾ ਨੱਥੀ ਹੋਈ ਹੈ ਸ੍ਰਿਸ਼ਟੀ ਸਾਰੀ, ਜਾਂ ਹੁਕਮ ਰੂਪੀ ਜਿਹੜੀ ਨੱਥ ਹੈ ਨਾ, ਉਹ ਸਾਰੇ ਸੰਸਾਰ ਦੇ ਨੱਕ ਵਿੱਚ ਪਾਈ ਹੋਈ ਹੈ। ਨੱਕ ਨੱਥ ਖਸਮ ਹੱਥ, ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ। ਇਸ ਵਾਸਤੇ ਉਹਨੇ ਨੱਥ ਪਾਈ ਹੈ, ਜਿੱਥੇ ਭੋਜਨ ਮਿਲਣਾ, ਜਿੱਥੇ ਲਿਖਿਆ ਉੱਥੇ ਜਾ ਕੇ ਛਕਣਾ ਪੈਣਾ। ਸਤਿਗੁਰੂ ਕਹਿੰਦੇ ਉਹਦੇ ਹੁਕਮ ਰੂਪੀ ਜਿਹੜੀ ਨੱਥ ਹੈ ਨਾ, ਉਹ ਸਾਰੇ ਸੰਸਾਰ ਦੇ ਪਈ ਹੋਈ ਹੈ। ਰਿੱਧ ਸਿੱਧ ਅਵਰਾ ਸਾਧ। ਤੁਸੀਂ ਕਹਿੰਦੇ ਹੋ ਰਿੱਧੀਆਂ ਸਿੱਧੀਆਂ ਮਿਲ ਜਾਣਗੀਆਂ, ਸਤਿਗੁਰੂ ਕਹਿੰਦੇ ਮੈਂ ਰਿੱਧੀਆਂ ਸਿੱਧੀਆਂ ਦਾ ਸਵਾਦ ਨਹੀਂ ਲੈਣਾ ਚਾਹੁੰਦਾ, ਰਿੱਧੀਆਂ ਸਿੱਧੀਆਂ ਨੂੰ ਚਖਣਾ ਨਹੀਂ ਚਾਹੁੰਦਾ। ਕਹਿੰਦੇ ਰਿੱਧੀਆਂ ਸਿੱਧੀਆਂ ਲੈ ਕੇ ਬੰਦਾ ਪਰਮਾਤਮਾ ਨੂੰ ਭੁੱਲ ਜਾਂਦਾ ਹੈ ਤੇ ਪਖੰਡ ਕਰਨ ਲੱਗ ਜਾਂਦਾ ਹੈ, ਲੋਕਾਂ ਨੂੰ ਭਰਮਾਉਣ ਲੱਗ ਜਾਂਦਾ, ਕਿਸੇ ਨੂੰ ਸਰਾਪ ਦੇਤਾ, ਕਿਸੇ ਦਾ ਨੁਕਸਾਨ ਕਰਤਾ। ਪਰ ਸਤਿਗੁਰੂ ਕਹਿੰਦੇ ਸਾਡੇ ਧਰਮ ਦੇ ਵਿੱਚ ਰਿੱਧੀਆਂ ਸਿੱਧੀਆਂ ਵਿਖਾਈਆਂ ਨਹੀਂ ਜਾਂਦੀਆਂ, ਸਾਡੇ ਧਰਮ ਦੇ ਵਿੱਚ ਵਰਜਤ ਹੈ। ਇਸ ਵਾਸਤੇ ਅਸੀਂ ਕਹਿਰ ਮੰਨਦੇ ਹਾਂ ਰਿੱਧੀਆਂ ਸਿੱਧੀਆਂ ਵਿਖਾਉਣ ਨੂੰ। ਕਦੇ ਗੁਰਮੁਖੋ ਬਾਬੇ ਅਟਲ ਰਾਏ ਨੇ ਆਪਣੀਆਂ ਰਿੱਧੀਆਂ ਸਿੱਧੀਆਂ ਦੇ ਨਾਲ ਆਪਣੇ ਸਾਥੀ ਮੋਹਨ ਨੂੰ ਜਿੰਦਾ ਕਰਤਾ ਸੀ, ਤੇ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਸੀ ਤੂੰ ਚੰਗਾ ਨਹੀਂ ਕੀਤਾ, ਤੂੰ ਰੱਬ ਦਾ ਸ਼ਰੀਕ ਬਣ ਗਿਆ ਹੈ। ਕਦੇ ਬਾਬੇ ਗੁਰਦਿੱਤੇ ਨੇ ਮਰੀ ਹੋਈ ਗਊ ਨੂੰ ਜਿੰਦਾ ਕੀਤਾ ਸੀ, ਗੁਰੂ ਹਰਗੋਬਿੰਦ ਸਾਹਿਬ ਦੇ ਵੱਡੇ ਪੁੱਤਰ ਨੇ, ਤੇ ਮਹਾਰਾਜ ਨੇ ਫਿਰ ਕਿਹਾ ਸੀ ਤੁਸੀਂ ਚੰਗਾ ਨਹੀਂ ਕੀਤਾ। ਗੁਰਮੁਖੋ ਰਿੱਧੀ ਸਿੱਧੀ ਵਿਖਾਉਣੀ ਵਰਜਤ ਹੈ, ਤੇ ਸਤਿਗੁਰੂ ਕਹਿੰਦੇ ਸਾਡੇ ਲਈ ਰਿੱਧੀਆਂ ਸਿੱਧੀਆਂ ਕਿਸੇ ਕੰਮ ਦੀਆਂ ਨਹੀਂ, ਅਸੀਂ ਇਹਨਾਂ ਦੀ ਵਰਤੋਂ ਨਹੀਂ ਕਰਨਾ ਚਾਹੁੰਦੇ। ਦੁਨਿਆਵੀ ਜਿਹੜੇ ਲੋਕ ਨੇ, ਕੁਝ ਜਿਹੜੇ ਲੋਕ ਨੇ ਜਿਹੜੇ ਕੁਝ ਸਿਲੇ ਕਰਦੇ ਨੇ, ਜਾਂ ਰਿੱਧੀਆਂ ਸਿੱਧੀਆਂ ਜਿਹੜੀਆਂ ਨੇ ਉਹਨਾਂ ਨੂੰ ਲੈਣ ਵਾਸਤੇ ਤਪ ਕਰਦੇ ਨੇ, ਰਿੱਧੀਆਂ ਸਿੱਧੀਆਂ ਮਿਲ ਜਾਂਦੀਆਂ ਨੇ, ਫਿਰ ਉਹਨਾਂ ਨੂੰ ਵਰਤਦੇ ਨੇ ਲੋਕਾਂ ਦੇ ਉੱਪਰ। ਕਿਸ ਤਰੀਕੇ ਨਾਲ? ਸਤਿਗੁਰੂ ਕਹਿੰਦੇ ਇਹਨਾਂ ਦਾ ਜਿਹੜਾ ਰਸ ਹੈ ਇਹ ਦੂਜਿਆਂ ਲੋਕਾਂ ਨੂੰ ਹੀ ਹੈ, ਅਸੀਂ ਇਹਨਾਂ ਦਾ ਰਸ ਨਹੀਂ ਲੈਣਾ ਚਾਹੁੰਦੇ। ਦੂਜੇ ਲੋਕ ਆਪਣਾ ਜਿਹੜਾ ਫਾਇਦਾ ਕਰਦੇ ਨੇ, ਦੂਜੇ ਦਾ ਨੁਕਸਾਨ ਕਰਦੇ ਹਨ। ਸੰਜੋਗ ਵਿਜੋਗ ਦੋਇ ਕਾਰ ਚਲਾਵੇ, ਲੇਖੇ ਆਵੇ ਭਾਗ। ਫਿਰ ਬੇਨਤੀ ਕੀਤੀ ਮਾਲਕ ਜੀ ਤੁਸੀਂ 2 ਜਾਣੇ ਸੇਵਾਦਾਰ ਰੱਖੋ। ਸਾਡੇ ਮਤ ਵਿੱਚ 2 ਸੇਵਾਦਾਰ ਹੁੰਦੇ ਆ, ਇੱਕ ਕੁਠਾਰੀ, ਇੱਕ ਭੰਡਾਰੀ। ਜਿਹੜਾ ਕੁਠਾਰੀ ਹੁੰਦਾ ਹੈ ਉਹ ਭੋਜਨ ਲਿਆਉਂਦਾ ਹੈ, ਸਮਾਨ ਲਿਆਉਂਦਾ ਹੈ, ਤੇ ਜਿਹੜਾ ਭੰਡਾਰੀ ਹੁੰਦਾ ਹੈ ਉਹ ਭੋਜਨ ਤਿਆਰ ਕਰਦਾ। 2 ਸੇਵਾਦਾਰ ਰੱਖੇ ਹੁੰਦੇ, ਕੁਠਾਰੀ ਤੇ ਭੰਡਾਰੀ। ਤੁਹਾਡੇ ਕਿਹੜੇ ਨੇ? ਸਤਿਗੁਰੂ ਨਾਨਕ ਸਾਹਿਬ ਕਹਿੰਦੇ ਸੰਜੋਗ ਵੰਜੋਗ। ਸੰਜੋਗ ਤੇ ਵੰਜੋਗ ਸਾਡੇ ਭੰਡਾਰੀ ਤੇ ਕੁਠਾਰੀ। ਕਹਿੰਦੇ ਜਿਹੜਾ ਸੰਜੋਗ ਹੈ ਇਹ ਕੁਠਾਰੀ ਆ, ਇਹ ਸਾਡੇ ਲਈ ਭੋਜਨ ਲੈ ਕੇ ਆਉਂਦਾ ਹੈ, ਤੇ ਜਿਹੜਾ ਵੰਜੋਗ ਹੈ ਇਹ ਭੰਡਾਰੀ ਹੈ, ਇਹ ਬਣਾਉਣ ਵਾਲਾ। ਸਤਿਗੁਰੂ ਕਹਿੰਦੇ ਸਾਰੇ ਸੰਸਾਰ ਨੂੰ ਸੰਜੋਗ ਤੇ ਵੰਜੋਗ ਚਲਾ ਰਹੇ ਆ। ਕਿਸੇ ਦੀ ਜ਼ਿੰਦਗੀ 'ਚ ਸੰਜੋਗ ਆ, ਕਿਸੇ ਦੀ ਜ਼ਿੰਦਗੀ 'ਚ ਵੰਜੋਗ ਆ। ਸਤਿਗੁਰੂ ਕਹਿੰਦੇ ਇਹੋ ਹੀ ਕਾਰ ਕਰ ਰਹੇ ਆ, ਇਹੋ ਹੀ ਸਾਰੇ ਸੰਸਾਰ ਦੇ ਵਿੱਚ ਸੇਵਾਦਾਰ ਬਣੇ ਬੈਠੇ ਆ। ਸਤਿਗੁਰੂ ਕਹਿੰਦੇ ਸਾਡੇ ਲਈ ਇਹੋ ਹੀ ਸੇਵਾਦਾਰ ਨੇ। ਦੋਏ ਕਾਰ ਚਲਾਵੇ, ਇਹ ਕਾਰ ਸੇਵਾ ਚਲਾ ਰਹੇ ਹਨ। ਲੇਖੇ ਆਵੇ ਭਾਗ। ਸਤਿਗੁਰੂ ਕਹਿੰਦੇ ਜੋ ਵੀ ਲੇਖਾਂ ਵਿੱਚ ਲਿਖਿਆ ਹੈ ਉਹੋ ਹੀ ਮਿਲੂਗਾ, ਜੋ ਮਸਤਕ ਤੇ ਲਿਖਿਆ ਨਾ ਉਹੋ ਹੀ ਕੁਝ ਪ੍ਰਾਪਤ ਹੋਵੇਗਾ। ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਇਸ ਵਾਸਤੇ ਸਤਿਗੁਰੂ ਕਹਿੰਦੇ ਹੈ ਸਿੱਧ ਲੋਕੋ ਉਹਨੂੰ ਆਦੇਸ਼ ਕਰਨੀ ਚਾਹੀਦੀ, ਨਮਸਕਾਰ ਕਰਨੀ ਚਾਹੀਦੀ ਉਸ ਪ੍ਰਮਾਤਮਾ ਨੂੰ
ਜਿਹੜਾ ਕਿ ਆਦਿ ਕਹਿੰਦੇ ਸਾਰਿਆਂ ਜੀਵਾਂ ਦਾ ਮੁੱਢ ਹੈ। ਅਨੀਲ ਜਿਹੜਾ ਗਿਣਤੀ ਤੋਂ ਪਰੇ ਹੈ। ਅਨਾਦ ਜਿਹੜਾ ਕਿ ਪੈਦਾ ਹੋਣ ਤੋਂ ਪਰੇ ਹੈ। ਜਿਹੜਾ ਅਨਾਹਦ ਮਰਨ ਤੋਂ ਪਰੇ ਹੈ, ਮੌਤ ਤੋਂ ਪਰੇ ਹੈ। ਇਸ ਵਾਸਤੇ ਮਰਨ ਮੌਤ ਜਿਹੜੀ ਹੈ ਉਹ ਵੀ ਪਰਮੇਸ਼ਰ ਦੇ ਨੇੜੇ ਨਹੀਂ ਆ ਸਕਦੀ। ਇਸ ਵਾਸਤੇ ਉਹ ਜਾਇਆ ਜਾਣ ਤੋਂ ਰਹਿਤ ਹੈ। ਜੁਗ ਜੁਗ ਏਕੋ ਵੇਸ। ਸਤਿਗੁਰੂ ਕਹਿੰਦੇ ਸਾਰੇ ਹੀ ਯੁੱਗਾਂ ਦੇ ਵਿੱਚ ਉਸ ਪਰਮੇਸ਼ਰ ਅਕਾਲ ਪੁਰਖ ਦਾ ਇੱਕੋ ਹੀ ਜਿਹੜਾ ਵੇਸ ਹੈ ਉਹ ਧਾਰਨ ਉਸ ਵਾਹਿਗੁਰੂ ਨੇ ਕੀਤਾ ਹੋਇਆ ਹੈ। ਸਾਰਿਆਂ ਦੇ ਵਿੱਚ ਵਿਆਪਕ ਹੋ ਰਿਹਾ। ਗਰੀਬ ਨਿਵਾਸ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ। ਸੱਚੇ ਪਾਤਸ਼ਾਹ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ। ਫਿਰ ਕਹਿੰਦੇ ਜੀ ਸਾਡਾ ਸ਼ਿਵ ਜੀ ਪਿਓ ਆ ਤੇ ਜਿਹੜੀ ਪਾਰਵਤੀ ਉਹ ਸਾਡੀ ਮਾਂ ਵਾ। ਤੇ ਤੁਸੀਂ ਵੀ ਨਿਰਣਾ ਕਰੋ ਵੀ ਤੁਹਾਡਾ ਪਿਤਾ ਕਿਹੜਾ ਹੈ, ਤੁਹਾਡੀ ਮਾਂ ਕਿਹੜੀ ਹੈ। ਸਤਿਗੁਰੂ ਕਹਿੰਦੇ ਅਸੀਂ ਸ਼ਿਵ ਜੀ ਨੂੰ, ਉਸ ਵੇਲੇ ਕਹਿੰਦੇ ਅਸੀਂ ਸ਼ਿਵ ਜੀ ਨੂੰ ਪਿਤਾ ਮੰਨਦੇ ਹਾਂ, ਸਿੱਧ ਕਹਿੰਦੇ, ਤੇ ਪਾਰਵਤੀ ਨੂੰ ਕਹਿੰਦੇ ਮਾਂ ਮੰਨਦੇ ਹਾਂ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਏਕਾ ਮਾਈ ਜੁਗਤ ਵਿਆਈ। ਇਹ ਏਕਾ ਮਾਈ ਕਹਿੰਦੇ ਸ਼ਕਤੀ, ਇਹ ਮਾਇਆ ਕਹਿੰਦੇ ਜਿਹੜੀ ਮਾਇਆ ਸ਼ਕਤੀ ਹੈ ਨਾ ਪਰਮੇਸ਼ਰ ਦੀ ਬਣਾਈ, ਇੱਕ ਮਾਂ ਹੈ। ਤੇ ਇਸ ਮਾਂ ਨੇ ਕਹਿੰਦੇ ਬੱਚੇ ਜਿਹੜੇ ਨੇ ਪੈਦਾ ਕੀਤੇ ਨੇ ਵਿਆਈ। ਤਿੰਨ ਚੇਲੇ ਪ੍ਰਵਾਨ। ਉਹ ਤਿੰਨ ਚੇਲੇ ਕਿਹੜੇ ਨੇ? ਸ਼ਿਵ ਜੀ, ਬ੍ਰਹਮਾ ਤੇ ਵਿਸ਼ਨੂੰ। ਇੱਕ ਹੈ ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਜਿਹੜੇ ਪੈਦਾ ਕੀਤੇ ਨੇ ਉਹਨਾਂ ਦੇ ਵਿੱਚ ਇੱਕ ਹੈ ਸੰਸਾਰੀ, ਸੰਸਾਰ ਨੂੰ ਚਲਾਉਣ ਵਾਲਾ। ਇੱਕ ਹੈ ਭੰਡਾਰੀ, ਭੋਜਨ ਦੇਣ ਵਾਲਾ। ਇੱਕ ਹੈ ਲਾਏ ਦੀ ਬਾਣ, ਲਿਜਾਣ ਵਾਲਾ। ਪਰ ਇਹ ਨਹੀਂ ਵੀ ਇੱਕ ਦੇ ਹੱਥ ਹੀ ਸਾਰਾ ਕੁਝ ਪਰਮੇਸ਼ਰ ਨੇ ਦਿੱਤਾ ਹੈ। ਸਤਿਗੁਰੂ ਕਹਿੰਦੇ ਕਰੋੜਾਂ ਹੀ ਵਿਸ਼ਨੂੰ ਨੇ, ਕਰੋੜਾਂ ਹੀ ਬ੍ਰਹਮੇ ਨੇ, ਕਰੋੜਾਂ ਹੀ ਸ਼ਿਵ ਜੀ ਨੇ। ਇਸ ਵਾਸਤੇ ਪਤਾ ਨਹੀਂ ਕਿੰਨੀਆਂ ਕੁ ਡਿਊਟੀਆਂ ਪਰਮੇਸ਼ਰ ਨੇ ਲਾ ਰੱਖੀਆਂ ਨੇ। ਸਾਰਾ ਕੁਝ ਹੀ ਉਹਨੇ ਆਪਣੇ ਹੱਥ ਵਿੱਚ ਲਿਆ ਹੋਇਆ ਹੈ। ਸਾਰਾ ਕੁਝ ਹੀ ਆਪ ਕਰਦਾ ਹੈ। ਭੋਜਨ ਵੀ ਆਪ ਦਿੰਦਾ ਹੈ, ਬਣਾਉਂਦਾ ਵੀ ਆਪ ਆ, ਛਕਾਉਂਦਾ ਵੀ ਆਪ ਆ। ਇਸ ਵਾਸਤੇ ਸਾਰਾ ਕੁਝ ਹੀ ਆਪ ਹੈ ਪਰਮੇਸ਼ਰ। ਸਤਿਗੁਰੂ ਕਹਿੰਦੇ ਇਹ ਜਿਹੜੇ ਤਿੰਨੇ ਨੇ ਇਹ ਮਾਇਆ ਦੇ ਬਣਾਏ ਹੋਏ ਨੇ, ਮਾਇਆ ਦੇ ਪੈਦਾ ਕੀਤੇ ਹੋਏ ਨੇ। ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ ਜਿਹਨੂੰ ਲਿਜਾਣ ਦੀ ਆਦਤ ਹੈ। ਜਿਵ ਤਿਸ ਭਾਵੈ ਤਿਵੇਂ ਚਲਾਵੈ। ਕਹਿੰਦੇ ਜਿਵੇਂ ਉਹਨੂੰ ਭਾਉਂਦਾ ਮਾਇਆ ਨੂੰ, ਤੇ ਮਾਇਆ ਇਹਨਾਂ ਆਪਣੇ ਪੁੱਤਰਾਂ ਨੂੰ ਉਵੇਂ ਹੀ ਚਲਾਉਂਦੀ ਹੈ। ਜਿਵ ਹੋਵੇ ਫਰਮਾਨ। ਕਹਿੰਦੇ ਮਾਇਆ ਤੇ ਹੁੰਦਾ ਹੈ ਰੱਬ ਦਾ ਹੁਕਮ, ਤੇ ਮਾਇਆ ਦਾ ਹੁਕਮ ਹੁੰਦਾ ਇਹਨਾਂ ਤਿੰਨਾਂ ਦੇ ਉੱਤਰ। ਇਹ ਮਾਇਆ ਦਾ ਹੁਕਮ ਮੰਨਦੇ ਨੇ ਤੇ ਮਾਇਆ ਰੱਬ ਦਾ ਹੁਕਮ ਮੰਨਦੀ ਹੈ। ਇਸ ਤਰੀਕੇ ਨਾਲ ਜਿਵੇਂ ਮਾਇਆ ਨੂੰ ਰੱਬ ਦਾ ਹੁਕਮ ਹੁੰਦਾ, ਸ਼ਕਤੀ ਨੂੰ ਹੁਕਮ ਹੁੰਦਾ ਹੈ, ਫਿਰ ਕਹਿੰਦੇ ਉਵੇਂ ਇਹਨਾਂ ਤੇ ਫਰਮਾਨ ਕਰਦੀ ਹੈ। ਇਸ ਵਾਸਤੇ ਮਾਇਆ ਦੇ ਅਧੀਨ ਨੇ, ਇਹ ਸਾਰੇ ਮਾਇਆ ਦੇ ਅਧੀਨ ਨੇ। ਜਿਵ ਤਿਸ ਭਾਵੈ ਤਿਵੇਂ ਚਲਾਵੈ, ਜਿਵ ਹੋਵੈ ਫਰਮਾਨ। ਉਹ ਵੇਖੈ ਉਹਨਾਂ ਨਜ਼ਰ ਨਾ ਆਵੈ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਹਿੰਦੇ ਉਹ ਪਰਮੇਸ਼ਰ ਤਾਂ ਇਹਨਾਂ ਨੂੰ ਵੇਖਦਾ ਹੈ, ਪਰ ਇਹਨਾਂ ਨੂੰ ਰੱਬ ਨਹੀਂ ਨਜ਼ਰ ਆਉਂਦਾ, ਰੱਬ ਨਹੀਂ ਇਹਨਾਂ ਨੂੰ ਦਿਖਦਾ। ਬਹੁਤਾ ਇਹੋ ਵਡਾਨ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਹਿੰਦੇ ਬਹੁਤਾ ਹੀ ਅਚਰਜ ਹੈ, ਅਚਰਜ ਹੈ, ਹੈਰਾਨਗੀ ਹੈ ਬਹੁਤੀ ਇਸ ਗੱਲ ਵਿੱਚ। ਆਦੇਸ਼ ਤਿਸੇ ਆਦੇਸ਼, ਨਮਸਕਾਰ ਹੈ ਪ੍ਰਮਾਤਮਾ ਨੂੰ। ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਹਿੰਦੇ ਸਾਰਿਆਂ ਦਾ ਮੁੱਢ ਵੀ ਹੈ, ਅਨੀਲ ਗਿਣਤੀ ਤੋਂ ਰਹਿਤ ਵੀ ਹੈ, ਅਨਾਦ ਪੈਦਾ ਹੋਣ ਤੋਂ ਰਹਿਤ ਹੈ, ਅਨਾਹਦ ਮਰਨ ਤੋਂ ਰਹਿਤ ਹੈ, ਤੇ ਜੁਗ ਜੁਗ ਸਾਰੇ ਯੁੱਗਾਂ ਦੇ ਵਿੱਚ ਉਹਦਾ ਆਪਣਾ ਇੱਕੋ ਹੀ ਵੇਸ ਹੈ। ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਮਾਫੀ। ਅਗਾਂਹ ਵਾਸਤੇ ਸਮਤ ਬਖਸ਼ੋ। ਦੇਹੋ ਸਜਣ ਸੀਸੜੀਆਂ, ਜੋ ਹੋਵੇ ਸਹਿਬ ਸਿਓ ਮੇਲ। ਲੇਖੇ ਕਤੇ ਨਾ ਛੁਟੀਐ, ਖਿਨ ਖਿਨ ਭੂਲਣ ਹਾਰ। ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ।